ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਟਰਾਂਸਪੋਰਟ ਮਾਫੀਆ ਬਾਰੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਵਾਰ-ਵਾਰ ਉੱਠਦਾ ਆ ਰਿਹਾ ਹੈ ਤੇ ਕਿਹਾ ਜਾਂਦਾ ਵੀ ਕਿ ਇਹ ਜਿਹੜਾ ਟਰਾਂਸਪੋਰਟ ਮਾਫੀਆ ਇਹ ਰਾਜਸੀ ਆਗੂਆਂ ਦੀ ਦੇਖ-ਰੇਖ ਹੇਠ ਹੀ ਚਲਾਇਆ ਜਾ ਰਿਹਾ ਤੇ ਇਸ ਦੀ ਜੜ੍ਹਾਂ ਬਹੁਤ ਡੂੰਘੀਆਂ ਨੇ, ਜਿਸ ਨੂੰ ਉਖਾੜਨ ਦੇ ਵਿੱਚ ਕਈ ਸਰਕਾਰਾਂ ਆਈਆਂ, ਕਈ ਚਲੀਆਂ ਗਈਆਂ, ਪਰ ਇਹ ਟਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਚੱਲ ਰਿਹਾ। ਪਰ ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਨੇ, ਉਹ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ ਤੇ ਜ਼ੋਰ ਸ਼ੋਰ ਨਾਲ ਪੰਜਾਬ ਭਰ ਦੇ ਵਿੱਚ ਚੈਕਿੰਗਾਂ ਕਰ ਰਹੇ ਨੇ, ਥਾਂ ਥਾਂ 'ਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਕਿ ਅਸਲੀਅਤ ਦੇ ਵਿੱਚ ਉਹ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ ਕੁਝ ਕਰ ਰਹੇ ਨੇ ਕਿ ਇਹ ਵੀ ਇੱਕ ਸ਼ੋਸ਼ੇਬਾਜ਼ੀ ਦਾ ਹਿੱਸਾ ਹੀ ਜਿਹੜਾ ਹੈਗਾ ਚੱਲ ਰਿਹਾ। ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਜਿਹੜਾ ਅਕਸਰ ਚਰਚਾ ਦਾ ਵਿਸ਼ਾ ਰਿਹਾ ਹੈ, ਕਿਉਂਕਿ ਜਨਤਕ ਖੇਤਰ ਦੀਆਂ ਜਿਹੜੀਆਂ ਸਾਡੀਆਂ ਟਰਾਂਸਪੋਰਟ ਕੰਪਨੀਆਂ ਨੇ, ਜਿਹੜੀਆਂ ਸਰਕਾਰੀ ਕਹਿ ਲਈਏ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ PRTC ਤੇ ਪੰਜਾਬ ਰੋਡਵੇਜ਼, ਉਹਦੇ ਵਿੱਚ ਹੀ ਆ ਜਾਂਦੀ ਹੈ ਪਨਸਪ ਜੀ। ਇਹ ਮੰਨਿਆ ਜਾਂਦਾ ਵੀ ਉਹਨਾਂ ਦੋਹਾਂ ਜਿਹੜੀਆਂ ਕੰਪਨੀਆਂ ਨੇ, ਟਰਾਂਸਪੋਰਟ ਕੰਪਨੀਆਂ, ਉਹਨਾਂ ਦਾ ਪੱਠਾ ਵਠਾਉਣ ਤੇ ਉਹਨਾਂ ਨੂੰ ਘਾਟੇ 'ਚ ਧੱਕਣ ਲਈ ਜਿਹੜਾ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਹੈ ਉਹ ਪੂਰੀ ਦੀ ਤਰ੍ਹਾਂ ਪੂਰਾ ਜ਼ਿੰਮੇਵਾਰ ਹੈ ਜੀ। ਉਹਦਾ ਇੱਕ ਵੱਡਾ ਕਾਰਨ ਇਹ ਹੈ ਵੀ ਸਾਰੀਆਂ ਸਿਆਸੀ ਧਿਰਾਂ, ਮੇਨ ਜਿਹੜੀਆਂ ਪੰਜਾਬ ਦੇ ਵਿੱਚ ਦੋ ਹੀ ਸਿਆਸੀ ਧਿਰਾਂ ਨੇ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜੀ, ਤੇ ਤੀਜੀ ਆ ਜਾਂਦੀ ਹੈ ਭਾਰਤੀ ਜਨਤਾ ਪਾਰਟੀ, ਬਾਕੀ ਨਵੀਆਂ ਪਾਰਟੀਆਂ ਨੇ। ਇਹਨਾਂ ਤਿੰਨਾਂ ਪਾਰਟੀਆਂ ਦੇ ਲੀਡਰ, ਕੋਈ ਛੋਟਾ ਕੋਈ ਮੋਟਾ, ਹਰ ਇੱਕ ਬੰਦੇ ਦੀਆਂ ਬੱਸਾਂ ਪਾਈਆਂ ਹੋਈਆਂ ਨੇ, ਟਰਾਂਸਪੋਰਟ ਦਾ ਕੰਮ ਕਰਦਾ ਹੈਗਾ। ਇਸ ਲਈ ਸਾਰਿਆਂ ਦੇ ਜਿਹੜੇ ਹਿੱਤ ਨੇ, ਕਾਰੋਬਾਰੀ ਹਿੱਤ ਨੇ, ਉਹ ਸਿੱਧੇ ਤੌਰ 'ਤੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਨੇਗੇ ਜੀ। ਸਾਰੀਆਂ ਤੁਸੀਂ ਪਾਰਟੀਆਂ ਦੇ ਵਿੱਚ ਗਿਣਤੀ ਦੇ ਬੰਦੇ ਕੱਢ ਲਓਗੇ ਜਿਨ੍ਹਾਂ ਦਾ ਇੱਕ ਤਰ੍ਹਾਂ ਨਾਲ ਏਕਾਧਿਕਾਰ, ਜਿਹੜਾ ਅਸੀਂ ਕਰੀਏ ਮੋਨੋਪੋਲੀ ਜਿਹੜੀ ਹੈ, ਉਹ ਕਿਸੇ ਨਾ ਕਿਸੇ ਰੂਟ 'ਤੇ ਜਿਹੜੀ ਹੈ ਉਹ ਬਣੀ ਹੋਈ ਹੈ ਜੀ। ਹੁਣ ਜਦੋਂ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਜਦੋਂ ਥੋੜ੍ਹੀ ਜਿਹੀ ਤਬਦੀਲੀ ਹੋਈ ਹੈ, ਅਸੀਂ ਕਹਿ ਰਹੇ ਹਾਂ ਵੀ ਕੁਝ ਮੰਤਰੀ ਨਵੇਂ ਬਣੇ, ਕੁਝ ਪੁਰਾਣਿਆਂ ਦੀ ਛੁੱਟੀ ਹੋ ਗਈ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਅਕਸਰ ਮਾਰਕੇਬਾਜ਼ੀ 'ਚ ਕਾਇਮ ਮੰਨੇ ਜਾਂਦੇ ਨੇ, ਉਹਨੇ ਭੱਜ ਨੱਠ ਕਾਫੀ ਸ਼ੁਰੂ ਕੀਤੀ ਹੈ। ਭੱਜ ਨੱਠ ਦਿਖਾਈ ਵੀ ਦੇ ਰਹੀ ਹੈ, ਉਹ ਫਰੂਟਫੁਲ ਵੀ ਹੋ ਰਹੀ ਹੈ, ਅਸੀਂ ਕਹੀਏ ਉਹਦੇ ਅਸਰ ਵੀ ਦਿਖਾਈ ਦੇਣ ਲੱਗੇ ਨੇ। ਇਹ ਸ਼ਲਾਘਾਯੋਗ ਕੰਮ ਹੈ, ਪਰ ਟਰਾਂਸਪੋਰਟ ਮੰਤਰੀ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਇਹ ਸਿਰਫ ਸ਼ੋਸ਼ੇਬਾਜ਼ੀ ਤੱਕ, ਫੋਕੀ ਸ਼ੋਹਰਤ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਇਹ ਅਮਲੀ ਰੂਪ ਵਿੱਚ ਹੋਣਾ ਚਾਹੀਦਾ ਹੈ। ਅਮਲੀ ਰੂਪ ਵਿੱਚ ਕਦੋਂ ਹੁੰਦਾ ਹੈ? ਜਦੋਂ ਤੁਹਾਡੇ DTO, ਜਦੋਂ ਤੁਹਾਡੇ RTA, ਜਦੋਂ ਤੁਹਾਡਾ STC, ਜਦੋਂ ਤੁਹਾਡਾ ਟਰਾਂਸਪੋਰਟ ਸੈਕਟਰੀ ਸਾਰੀ ਮਸ਼ੀਨਰੀ ਕੰਮ ਕਰੇ ਤੇ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਜੀ। ਜੇ ਇਹ ਕਹਿ ਲਈਏ ਵਸੂਲੀ ਵਾਲੇ, ਹਫਤਾ ਵਸੂਲੀ ਵਾਲੇ ਇਕੱਠੇ ਕਰਕੇ ਲਾਣੇ ਆ ਤੇ ਇੱਕ ਵਾਰੀ ਡੰਡਾ ਖੜਕਾ ਕੇ ਸਿਰਫ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣਾਉਣਾ ਹੈ, ਫਿਰ ਇਹ ਮੰਦਭਾਗਾ ਹੋਊ ਤੇ ਫਿਰ ਹੋਰ ਪੱਠਾ ਬਿਠਾਓ ਜੀ। ਇਸ ਲਈ ਜਿਹੜੇ ਅੱਜ ਸ਼ਲਾਘਾਯੋਗ ਕਦਮ ਜਿਹੜੇ ਟਰਾਂਸਪੋਰਟ ਮਿਨਿਸਟਰ ਦੇ ਦਿਖਾਈ ਦਿੰਦੇ ਨੇ, ਇਹ ਕਦਮ ਇਸੇ ਰੂਪ ਦੇ ਵਿੱਚ ਪੋਜ਼ੀਟਿਵ ਤਰੀਕੇ ਨਾਲ ਅਗਾਂਹ ਵਧਣੇ ਚਾਹੀਦੇ ਹੈਗੇ। ਇਸ ਲਈ ਇਹ ਮੈਨੂੰ ਲੱਗਦਾ ਹੈ ਵੀ ਟਰਾਂਸਪੋਰਟ ਮੰਤਰੀ ਨੂੰ ਜਿਹੜਾ ਬਹੁਤ ਥੋੜ੍ਹਾ ਟਾਈਮ ਮਿਲਿਆ, ਕਿਉਂਕਿ ਦਸੰਬਰ ਤੋਂ ਬਾਅਦ ਤਾਂ ਇਲੈਕਸ਼ਨ ਕੋਡ ਜਿਹੜਾ ਉਹ ਲੱਗ ਜਾਣਾ ਹੈਗਾ, ਅਤੇ ਇਸ ਲਈ ਉਹ ਇਸ ਦਿਸ਼ਾ ਦੇ ਵਿੱਚ ਚੰਗੇ ਕਦਮ ਚੁੱਕਣੇ ਜਾਣੇ ਚਾਹੀਦੇ ਨੇ। ਜਿਹੜੀ ਸਭ ਤੋਂ ਵੱਡੀ ਗੱਲ ਹੈ, ਅੱਜ ਅਖਬਾਰਾਂ ਦੇ ਵਿੱਚ ਵੀ ਆਇਆ ਵੀ ਰੋਜ਼ਾਨਾ ਦਾ 40 ਲੱਖ ਰੁਪਏ ਦਾ ਰੈਵਨਿਊ ਜਿਹੜਾ ਹੈ ਉਹ ਸਰਕਾਰੀ ਕੰਪਨੀਆਂ ਦਾ ਵੱਧ ਗਿਆ ਹੈ ਜੀ। ਉਹਦਾ ਇੱਕ ਕਾਰਨ ਇਹ ਹੈ ਵੀ ਜਿਹੜੀਆਂ ਇੱਕ ਤਾਂ ਬਿਨਾਂ ਪਰਮਿਟ ਬੱਸਾਂ ਚੱਲਦੀਆਂ ਸੀ ਉਹ ਬੰਦ ਹੋ ਗਈਆਂ। ਦੂਜਾ ਸੀ ਵੀ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ ਟੈਕਸ ਨਹੀਂ ਸੀ ਭਰਿਆ, ਜਿਹੜੀ ਡਿਫਾਲਟਰ ਹੈ ਬੱਸ ਜਾਂ ਪਰਮਿਟ ਡਿਫਾਲਟਰ ਹੈ, ਉਹਨੂੰ ਜ਼ਬਤ ਕਰ ਸਕਦੀ ਹੈ ਗੌਰਮੈਂਟ, ਅਤੇ ਉਸ ਜਦੋਂ ਜ਼ਬਤ ਕਰ ਲਿਆ ਤਾਂ ਆਪਣੇ ਆਪ ਉਹ ਰੂਟ ਬੰਦ ਹੋ ਗਿਆ। ਤਾਂ ਜਿਹੜੀਆਂ ਸਵਾਰੀਆਂ ਨੇ, ਜਿਹੜੀ ਵੀ ਆਲਟਰਨੇਟਿਵ ਬੱਸ ਹੈ, ਚਾਹੇ ਉਹ ਸਰਕਾਰੀ ਹੈ ਜਾਂ ਹੋਰ ਪ੍ਰਾਈਵੇਟ ਹੈ, ਉਹਦੇ 'ਤੇ ਚੜੂਗੀ ਤਾਂ ਉਹ ਬੰਦ ਹੋ। ਉਹ 175 ਬੱਸਾਂ ਨੇ ਜਿਹੜੀਆਂ ਉਹ ਸੀ, ਜਿਹੜੀਆਂ ਨੇ ਟੈਕਸ ਨਹੀਂ ਸੀ ਭਰਿਆ, ਉਹ ਬੰਦ ਕੀਤੀਆਂ ਗਈਆਂ ਨੇ। ਮੈਨੂੰ ਲੱਗਦਾ ਵੀ ਘੱਟੋ ਘੱਟ 400-500 ਬੱਸ ਜਿਹੜੀ ਹੈ ਉਹ ਬੰਦ ਹੋਈ ਹੋਊਗੀ, ਜਿਹੜੀ ਬਿਨਾਂ ਪਰਮਿਟ ਤੋਂ ਚੱਲਦੀ ਸੀ। ਬਿਨਾਂ ਪਰਮਿਟ ਤੋਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ, ਪੰਜਾਬ ਦੇ ਇਹ 3 ਵੱਡੇ ਸ਼ਹਿਰ ਨੇ, ਜਿੱਥੋਂ ਤੁਸੀਂ ਇਹ ਦੇਖ ਲਿਓ ਵੀ ਜਿੰਨੀਆਂ ਬੱਸਾਂ ਬੱਸ ਸਟੈਂਡ ਤੋਂ ਪ੍ਰਾਈਵੇਟ ਚੱਲਦੀਆਂ ਨੇ, ਉਹਦੇ ਨੇੜੇ ਤੇੜੇ ਹੀ ਕੁਛ 10 ਵੀ ਘੱਟ ਹੋਣਗੀਆਂ। ਬਾਹਰੋਂ ਤੁਸੀਂ ਜਿਹੜੇ ਨੈਸ਼ਨਲ ਹਾਈਵੇ ਦੇ ਬੜੇ ਵੱਡੇ ਚੌਂਕ ਬਣੇ ਹੋਏ ਨੇ, ਖਾਸ ਕਰਕੇ ਲੁਧਿਆਣੇ ਦੇ ਵਿੱਚ ਅਸੀਂ ਜਲੰਧਰ ਬਾਈਪਾਸ ਕਹਿ ਲਈਏ, ਜਲੰਧਰ ਦੇ ਵਿੱਚ PAP ਚੌਂਕ ਕਹਿ ਲਈਏ, ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ, ਉੱਥੇ ਬੱਸਾਂ ਤੁਸੀਂ ਇਸ ਤਰ੍ਹਾਂ ਦੀਆਂ ਖੜੀਆਂ ਦੇਖੋਗੇ ਜਿਹੜੀਆਂ ਬਿਨਾਂ ਪਰਮਿਟ ਤੋਂ ਬੱਸਾਂ ਜਿਹੜੀਆਂ ਚੱਲਦੀਆਂ ਨੇ, ਉਹ ਟਰਾਂਸਪੋਰਟ ਡਿਪਾਰਟਮੈਂਟ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਚੱਲ ਸਕਦੀਆਂ। ਹੁਣ ਸਭ ਤੋਂ ਵੱਡਾ ਇੱਕ ਕਾਰਨ ਹੋਰ ਆਉਂਦਾ ਹੈ,
ਅਸੀਂ ਜਦੋਂ ਪ੍ਰਾਈਵੇਟ ਕੰਪਨੀਆਂ ਦੀ ਗੱਲ ਕਰਦੇ ਹਾਂ, ਜਿਹੜਾ ਪੰਜਾਬ ਰੋਡਵੇਜ਼ ਹੈ, ਪੰਜਾਬ ਰੋਡਵੇਜ਼ ਦਾ ਜਿਹੜਾ ਅਪਰੂਵਡ ਫਲੀਟ ਹੈ ਬੱਸਾਂ ਦਾ, ਸਰਕਾਰ ਨੇ ਜਿਹੜਾ ਅਪਰੂਵ ਕੀਤਾ ਹੋਇਆ ਹੈ, ਉਹ 2700 ਬੱਸਾਂ ਨੇਗੀਆਂ ਜੀ। 2700 ਦੀ ਬਜਾਏ ਅੱਜ ਚੱਲ ਰਹੀਆਂ ਨੇ 1600 ਬੱਸਾਂ। ਉਹਨਾਂ ਕੋਲ ਬੱਸਾਂ ਹੀ 1600 ਹੈ ਜੀ। ਉਹ ਵੀ ਖਟਾਰਾ ਹੁੰਦੀਆਂ ਕਈ ਤਾਂ 500-700 ਤਾਂ ਇਹੋ ਜਿਹੀ ਹੋਊ ਜਿਹੜੀ ਢੀਚਕ ਕਰਦੀ ਸਿਰੇ ਪਹੁੰਚੂ ਨਹੀਂ ਪਹੁੰਚੂ ਪਤਾ ਨਹੀਂ। ਰੋਡਵੇਜ਼ ਦੀਆਂ ਲਾ ਰਹੀਆਂ ਧੱਕਾ ਲਾਉਣ ਸਵਾਰੀਆਂ, ਅਸੀਂ ਬੜੇ ਬਚਪਨ ਤੋਂ ਕਹਾਵਤਾਂ ਸੁਣਦੇ ਆ ਰਹੇ ਹਾਂ। ਅਤੇ ਇਸ ਲਈ ਜਿਹੜਾ ਨੀਅਤ ਜਿਹੜੀ ਇੱਥੋਂ ਸਪਸ਼ਟ ਹੁੰਦੀ ਹੈ ਵੀ 2700 ਬੱਸਾਂ ਦਾ ਫਲੀਟ ਅਪਰੂਵਡ ਹੋਵੇ ਅਤੇ ਬੱਸ ਚੱਲੇ 1600 ਜੀ। ਤਾਂ ਸਰਕਾਰ 4.5 ਸਾਲ ਦੀ ਕੀ ਕਰਦੀ ਸੀ? ਇਹਦਾ ਮਤਲਬ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਸੇਵਾ ਕਰ ਰਹੀ ਸੀ। ਇਸੇ ਤਰ੍ਹਾਂ ਪੀਆਰਟੀਸੀ ਦਾ ਜਿਹੜਾ ਇਸ ਵੇਲੇ ਬੱਸਾਂ ਚੱਲ ਰਹੀਆਂ ਨੇ ਉਹ 1100 ਚੱਲਦੀ ਹੈ। ਐਗਜ਼ੈਕਟ ਫਿਗਰ ਤਾਂ ਆਫਿਸਰਸ ਤੋਂ ਮਿਲੀ ਨਹੀਂ, ਪਰ ਮੈਨੂੰ ਪਤਾ ਲੱਗਿਆ ਵੀ ਅਪਰੂਵਡ ਜਿਹੜਾ ਫਲੀਟ ਹੈ ਇਹਨਾਂ ਦਾ ਉਹ ਵੀ ਜ਼ਿਆਦਾ ਹੈ। ਹੁਣ ਦੋਨਾਂ ਜਿਹੜੀ ਅਦਾਰਿਆਂ ਦੀ ਇਸ ਵੇਲੇ ਵਸੂਲੀ ਹੈ ਉਹ ਤਕਰੀਬਨ ਪੌਣੇ 2 ਕਰੋੜ ਹੈ। 1 ਕਰੋੜ 75 ਲੱਖ ਪੀਆਰਟੀਸੀ ਦੀ ਹੈ, ਇੰਨੀ ਹੀ ਜਿਹੜੀ ਹੈ ਉਹ ਪੰਜਾਬ ਰੋਡਵੇਜ਼ ਤੇ ਪਨਸਪ ਦੀ ਹੈ। ਇਹ ਵਸੂਲੀ ਜਿਹੜੀ ਹੈ, ਜੇ ਨੀਅਤ ਨਾਲ ਕੰਮ ਕਰਨਾ ਹੋਵੇ, ਚੰਗੀ ਤਰ੍ਹਾਂ ਬੱਸਾਂ ਨੂੰ ਚਲਾਉਣੀਆਂ ਹੋਣ, ਟਰਾਂਸਪੋਰਟ ਕੰਪਨੀਆਂ ਦੋਨੇ ਚਲਾਉਣੀਆਂ ਹੋਣ, ਇਹ ਅਫਸਰ ਆਪ ਦਾਅਵੇ ਨਾਲ ਕਹਿੰਦੇ ਵੀ ਦੋਨਾਂ ਕੰਪਨੀਆਂ ਦਾ 3-3 ਕਰੋੜ ਰੋਜ਼ਾਨਾ ਦਾ ਰੈਵਨਿਊ ਹੋ ਸਕਦਾ ਹੈ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਮੂਹਰੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਵੀ ਕੀ 3 ਕਰੋੜ ਡੇਲੀ ਦਾ ਇੱਕ ਕੰਪਨੀ ਦੇ ਰੈਵਨਿਊ ਤੋਂ ਲੈ ਜਾਣਗੇ, ਜਾਂ 1.75 ਕਰੋੜ 'ਤੇ ਰਹਿ ਜਾਊਗਾ, ਜਾਂ ਇਦੋਂ ਵੀ ਥੱਲੇ ਆ ਜਾਊਗਾ। ਇਸ ਲਈ ਜਿਹੜੀ ਉਹਨਾਂ ਨੇ ਸਪੀਡ ਫੜੀ ਹੈ, ਆਪਾਂ ਇਹ ਕਹਿੰਦੇ ਹਾਂ ਵੀ ਜਿਹੜੀ ਸਪੀਡ ਫੜੀ ਹੈ, ਇਹ ਸਪੀਡ ਬਰਕਰਾਰ ਨਹੀਂ ਰਹਿਣੀ ਚਾਹੀਦੀ, ਤੇਜ਼ੀ ਨਾਲ ਜਿਹੜੀ ਹੈ ਉਹ ਅੱਗੇ ਵੱਧਦੀ ਜਾਣੀ ਚਾਹੀਦੀ ਹੈ। ਜੀ ਦਵਿੰਦਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਦੇਖੀਏ ਤਾਂ ਹੋਰਨਾਂ ਸੂਬਿਆਂ ਨਾਲੋਂ ਰੇਲ ਗੱਡੀਆਂ ਦੀ ਗਿਣਤੀ ਵੀ ਬਹੁਤ ਘੱਟ ਹੈ। ਦੇਖੀਏ ਤਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਉੱਥੇ ਰੇਲ ਗੱਡੀਆਂ ਦਾ ਜਾਲ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਵਿਛਿਆ ਹੋਇਆ ਅਤੇ ਪੰਜਾਬ ਦੇ ਵਿੱਚ ਬਹੁਤ ਘੱਟ ਹੈ। ਤੁਹਾਨੂੰ ਨਹੀਂ ਲੱਗਦਾ ਇਸ ਪਿੱਛੇ ਵੀ ਕੋਈ ਨਾ ਕੋਈ ਮਾਫੀਆ ਦੀ ਜਿਹੜੇ ਹੈਗੇ ਕੋਈ ਇਸ ਤਰ੍ਹਾਂ ਦੀ ਰੋਕਾਂ ਲਾਈ ਹੋ ਸਕਦੀਆਂ ਤਾਂ ਜੋ ਪੰਜਾਬ ਦੇ ਵਿੱਚ ਰੇਲ ਗੱਡੀਆਂ ਨਹੀਂ ਵੱਧ ਸਕ ਰਹੀ? ਤੁਸੀਂ ਦੇਖੋ ਵੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ। ਚੰਡੀਗੜ੍ਹ ਨੂੰ ਰੇਲ ਦਾ ਸਿੱਧਾ ਰੂਟ ਹੀ ਹੈ ਨਹੀਂ। ਜਿਹੜਾ ਵਾਇਆ ਮੋਹਾਲੀ ਜਾਂਦਾ ਹੈ ਉਹ ਮਰਿੰਡਾ ਹੋ ਕੇ ਜਾ ਕੇ ਸਰਹੰਦ ਕਿਤੋਂ ਜਾ ਕੇ ਲੁਧਿਆਣੇ ਕੋਲ ਜਾ ਕੇ ਜੁੜਦਾ ਹੈ। ਰਾਜਪੁਰੇ ਤੋਂ ਸਿੱਧਾ ਚੰਡੀਗੜ੍ਹ ਨੂੰ ਕਿਹੜਾ ਰੂਟ ਨਹੀਂ ਆ ਸਕਦਾ? ਇਹ ਕਲੀਅਰ ਕੱਟ ਜਿਹੜਾ ਹੈ ਉਹ ਟਰਾਂਸਪੋਰਟ ਮਾਫੀਆ ਦਾ ਦਬਦਬਾ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਰੇਲ ਸਰਵਿਸ ਹੈ ਜਿਹੜੀ ਉਹ ਵੀ ਸਹੀ ਢੰਗ ਨਾਲ ਨਹੀਂ ਚੱਲ ਸਕੀ। ਕਿ ਬਠਿੰਡੇ ਤੋਂ ਟ੍ਰੇਨ ਸਿੱਧੀ ਚੰਡੀਗੜ੍ਹ ਨਹੀਂ ਆ ਸਕਦੀ? ਬਿਲਕੁਲ ਆ ਸਕਦੀ ਹੈ। ਅੰਮ੍ਰਿਤਸਰ ਤੋਂ ਕਿਹੜਾ ਨਹੀਂ ਆ ਸਕਦੀ? ਲੁਧਿਆਣੇ ਤੋਂ ਕਿਹੜਾ, ਫਿਰੋਜ਼ਪੁਰ ਤੋਂ ਕਿਹੜਾ ਨਹੀਂ ਆ ਸਕਦੀ? ਸਭ ਕੁਝ ਹੋ ਸਕਦਾ ਹੈ, ਪਰ ਕਿਉਂਕਿ ਸਾਰਾ ਕੁਝ ਕਬਜ਼ਾ ਜਿਹੜਾ ਉਹ ਸਿਆਸੀ ਲੋਕਾਂ ਦਾ ਹੈ, ਸਿਆਸੀ ਧਿਰਾਂ ਦਾ ਹੈ, ਇਸ ਕਰਕੇ ਨਹੀਂ। ਹੁਣ ਇਹਦੇ ਨਾਲ ਇੱਕ ਜੁੜੀ ਹੋਈ ਸਭ ਤੋਂ ਵੱਡੀ ਗੱਲ ਹੈ, ਪਿਛਲੇ ਦੌਰ ਦੇ ਵਿੱਚ ਇੱਕ ਰੌਲਾ ਪੈਂਦਾ ਸੀ ਵੀ ਪਰਮਿਟ ਰੱਦ ਕਰਨੇ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਸ਼ੋਸ਼ਾ ਛੱਡਿਆ ਸੀ ਵੀ ਮੈਂ ਟਰਾਂਸਪੋਰਟ ਮਾਫੀਆ ਖਤਮ ਕਰ ਦੂੰ। ਉਹ ਮਾਫੀਆ ਕੀ ਸੀ ਵੀ ਐਕਸਟੈਂਸ਼ਨਸ ਜਿਹੜੀਆਂ ਨੇਗੀਆਂ, ਸਪੋਜ਼ ਮੰਨ ਲਓ ਕੋਈ ਰੂਟ ਪਰਮਿਟ ਸੀ ਬਠਿੰਡੇ ਤੋਂ ਬਰਨਾਲੇ ਤੱਕ ਦਾ, ਉਹਨੂੰ ਐਕਸਟੈਂਸ਼ਨ ਲਿਆ ਕੇ ਉਹਨੂੰ ਚੰਡੀਗੜ੍ਹ ਤੱਕ ਲਿਆਂਦਾ ਗਿਆ, ਜਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੱਕ ਲਿਜਾਇਆ ਗਿਆ ਉਹਨੂੰ। ਇਹ ਜਿਹੜੀਆਂ ਐਕਸਟੈਂਸ਼ਨ ਸੀਗੀਆਂ ਉਹ ਟੋਟਲ ਇਲੀਗਲ ਸੀ। ਉਹ ਕੋਈ 600 ਦੇ ਕਰੀਬ ਐਕਸਟੈਂਸ਼ਨ ਹੈ, ਜਿਹੜਾ ਕਿ ਟਰਾਂਸਪੋਰਟ ਡਿਪਾਰਟਮੈਂਟ ਇਹ ਕਲੇਮ ਕਰਦਾ ਵੀ ਹਫ਼ਤੇ 10 ਦਿਨ ਦੇ ਵਿੱਚ ਉਹ ਅਸੀਂ ਜਿਹੜੀਆਂ ਐਕਸਟੈਂਸ਼ਨ ਨੇ ਉਹ ਰੱਦ ਕਰ ਦਿਆਂਗੇ। ਪਰ ਇਹ 4.5 ਸਾਲ ਤੋਂ ਪੌਣੇ 5 ਸਾਲ ਤੋਂ ਕਰਦੇ ਆ ਰਹੇ ਨੇ ਵੀ ਕਰ ਦਿਆਂਗੇ, ਅਜੇ ਤੱਕ ਇਹਨਾਂ ਤੋਂ ਹੋਇਆ ਨਹੀਂ। ਹੁਣ ਕਿੰਨੀ ਕੁ ਹਿੰਮਤ ਜੁਟਾ ਪਾਉਂਦੇ ਆ ਇਹ ਤਾਂ ਟਾਈਮ ਦੱਸੂਗਾ, ਪਰ ਇੱਥੋਂ ਇਹ ਜ਼ਰੂਰ ਸਾਬਤ ਹੁੰਦਾ ਹੈ ਵੀ ਜਿਹੜੀਆਂ ਐਕਸਟੈਂਸ਼ਨ ਜਿਸ ਤਰ੍ਹਾਂ ਹੋਈਆਂ ਨੇਗੀਆਂ ਉਹਨੇ ਇੱਕ ਟਰਾਂਸਪੋਰਟ ਡਿਪਾਰਟਮੈਂਟ ਦਾ ਐਡਾ ਜ਼ਿਆਦਾ ਘੱਬਲ ਚੌਧੇ ਪਾਤੀ, ਉੱਥੇ ਤਾਣਾ ਬਾਣਾ ਇੰਨਾ ਜ਼ਿਆਦਾ ਉਲਝ ਗਿਆ, ਉਹ ਕਿਸੇ ਤੋਂ ਠੀਕ ਹੀ ਨਹੀਂ ਹੋ ਰਿਹਾ। ਐਕਸਟੈਂਸ਼ਨਾਂ ਦੇ ਨਾਲ ਇੱਕ ਨਵਾਂ ਘਪਲਾ ਸ਼ੁਰੂ ਹੋਇਆ। ਜਿਹੜੇ ਰੂਟ ਪਰਮਿਟ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਆਉਂਦੇ ਸੀ, ਉਹ ਬੱਸਾਂ ਪਿੰਡਾਂ ਦੇ ਵਿੱਚ ਹੀ ਬੰਦ ਕਰਕੇ ਇਹਨਾਂ ਨੇ ਨੈਸ਼ਨਲ ਹਾਈਵੇ 'ਤੇ, ਸਟੇਟ ਹਾਈਵੇ 'ਤੇ ਚੜ੍ਹ ਲਈਆਂ। ਉਹ ਵੀ ਵੱਡੇ ਘਰਾਂ ਦੀਆਂ ਬੱਸਾਂ ਸੀ ਸਾਰੀਆਂ, ਉਹ ਵੀ ਉਹਨਾਂ ਨੂੰ ਫਾਇਦਾ ਹੋਇਆ। ਪਿੰਡਾਂ ਨੂੰ ਫਿਰ ਇਹਨਾਂ ਨੇ ਕੀ ਕੀਤਾ, ਪ੍ਰਾਈਵੇਟ ਜਿਹੜੀ ਹੈ ਸਰਕਾਰੀ ਖੇਤਰ ਦੀ ਟਰਾਂਸਪੋਰਟ ਨੂੰ ਡੋਬਣ ਲਈ ਅਸੀਂ ਜੀ ਰੂਰਲ ਬੱਸ ਸਰਵਿਸ ਚਲਾਵਾਂਗੇ, ਉਹਨਾਂ ਦੇ ਗਲ ਪਾਤੀਆਂ ਉਹ। ਫਿਰ ਉਹ ਕਹਿੰਦੇ ਘਾਟੇ ਦਾ ਸੌਦਾ ਜੀ, ਇਹ ਤਾਂ ਬੰਦ ਕਰਾਂਗੇ। ਮਤਲਬ ਪ੍ਰਾਈਵੇਟ ਟਰਾਂਸਪੋਰਟ ਨੂੰ ਮੁਨਾਫਾ ਦੇਣ ਲਈ ਅਤੇ ਸਰਕਾਰੀ ਕੰਪਨੀਆਂ ਨੂੰ ਡੋਬਣ ਲਈ ਕੋਈ ਕਸਰ ਬਾਕੀ ਛੱਡੀ ਨਹੀਂ ਪਿਛਲੇ ਦੌਰ ਦੇ ਵਿੱਚ। ਇਸ ਲਈ
ਜੇ ਨੇਕ ਨੀਤੀ ਨਾਲ ਮੌਜੂਦਾ ਟਰਾਂਸਪੋਰਟ ਮਿਨਿਸਟਰ ਕੰਮ ਕਰੇ ਤੇ ਇਹਨੂੰ ਨੇਕ ਨੀਤੀ ਨਾਲ ਸਿਰੇ ਚਾੜੇ ਤਾਂ ਉਹਦੀ ਜ਼ਰੂਰ ਸ਼ਲਾਘਾ ਕਰਾਂਗੇ। ਜਿੰਨਾ ਹੁਣ ਕੀਤਾ ਉਹਦੀ ਵੀ ਸ਼ਲਾਘਾ ਕਰਦੇ ਹਾਂ। ਜੇ ਇੱਥੇ ਹੀ ਛੱਡਤਾ ਤਾਂ ਫਿਰ ਵੀ ਲੋਕਾਂ ਨੂੰ ਦੱਸਾਂਗੇ ਵੀ ਕੀ ਕੀਤਾ ਹੈ। ਜੀ ਦਵਿੰਦਰ ਜੀ, ਇੱਕ ਵੱਡਾ ਸਵਾਲ ਇਹ ਖੜਾ ਹੁੰਦਾ, ਤੁਸੀਂ ਦੱਸਿਆ ਜਿਵੇਂ ਵੀ ਕਿ ਬਿਨਾਂ ਪਰਮਿਟ ਦੀਆਂ ਬੱਸਾਂ ਬੰਦ ਕਰ ਦਿੱਤੀਆਂ, ਕਈ ਜ਼ਬਤ ਵੀ ਕੀਤੀਆਂ ਗਈਆਂ, ਪਰ ਜਦੋਂ ਇੱਕ ਪਰਮਿਟ ਤੇ ਕਈ ਬੱਸਾਂ ਚੱਲਦੀਆਂ ਨੇ, 2-2 3-3 ਤਾਂ ਆਮ ਤੌਰ ਤੇ ਦੇਖੀਆਂ ਜਾਂਦੀਆਂ, ਉਸ ਨੂੰ ਕਿਵੇਂ ਦੇਖੋਗੇ? ਉਸ ਤੇ ਕੀ ਕਾਰਵਾਈ ਹੋ ਰਹੀ ਹੈ? ਅਸਲ 'ਚ ਇਹ ਹੈ ਵੀ ਪਿਛਲੇ ਅਸੀਂ ਦੇਖਿਆ ਜਾਵੇ ਤਾਂ 15-20 ਸਾਲ ਤੋਂ, ਜੀ ਚਾਹੇ ਉਹ ਜਲੰਧਰ ਦੇ ਵੱਡੇ ਸਿਆਸਤਦਾਨ ਹੋਣ, ਟਰਾਂਸਪੋਰਟ ਦੇ ਧੰਦੇ ਨਾਲ ਜੁੜੇ, ਚਾਹੇ ਉਹ ਲੁਧਿਆਣੇ ਦੇ ਹੋਣ, ਚਾਹੇ ਬਠਿੰਡੇ ਦੇ ਹੋਣ, ਤੇ ਚਾਹੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਹੋਣ, ਉਹਨਾਂ ਸਾਰਿਆਂ ਦੀਆਂ ਹੀ ਟਰਾਂਸਪੋਰਟ ਕੰਪਨੀਆਂ ਦੀਆਂ ਜਿਹੜੀਆਂ ਬੱਸਾਂ ਨੇ, ਜੇ ਇੱਕ ਬੱਸ ਅੱਡੇ 'ਚੋਂ ਨਿਕਲਦੀ ਹੈ ਤਾਂ ਉਸੇ ਟਾਈਮ 'ਤੇ ਪੈਰਲਲ ਇੱਕ ਬੱਸ ਜਿਹੜੀ ਹੈ ਉਹ ਬੱਸ ਅੱਡੇ ਤੋਂ ਬਾਹਰੋਂ ਭਰ ਲਈ ਜਾਂਦੀ ਹੈ ਸਵਾਰੀਆਂ ਦੀ। ਜੀ ਹਾਲਾਂਕਿ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੰਡਕਟਰਾਂ ਡਰਾਈਵਰਾਂ ਨੇ ਬਹੁਤ ਰੌਲਾ ਪਾਇਆ, ਕਈ ਵਾਰੀ ਬੱਸਾਂ ਘੇਰੀਆਂ ਵੀ, ਪਰ ਟਰਾਂਸਪੋਰਟ ਡਿਪਾਰਟਮੈਂਟ ਦੀ ਇਹ ਹਿੰਮਤ ਨਹੀਂ ਪੈਂਦੀ ਵੀ ਉਹਨਾਂ ਬੱਸਾਂ ਨੂੰ ਫੜ ਕੇ ਜ਼ਬਤ ਕਰ ਲੈਣ, ਉਹਨਾਂ ਦਾ ਚਲਾਨ ਕਰ ਦੇਣ ਜਾਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਲੈਣ। ਜੀ ਤੇ ਇਹਦਾ ਕਾਰਨ ਕਿ ਇਹੀ ਸੀ ਕਲੀਅਰ ਕੱਟ ਵੀ ਟਰਾਂਸਪੋਰਟ ਡਿਪਾਰਟਮੈਂਟ ਹੈ ਜਿਹੜਾ, ਉਹਦੀ ਤਾਂ ਮਿਲੀ ਭੁਗਤ ਹੈ ਹੀ ਹੈ। ਜੀ ਤੇ ਉੱਤੋਂ ਸਿਆਸਤਦਾਨਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਵੀ ਜਿੰਨਾ ਤੁਸੀਂ ਲੋਕਾਂ ਨੂੰ ਲੁੱਟ ਸਕਦੇ ਹੋ, ਕਮਾ ਸਕਦੇ ਹੋ, ਕਮਾਓ। ਜੀ ਦਵਿੰਦਰ ਜੀ, ਇਹ ਤਾਂ ਸੀ ਟਰਾਂਸਪੋਰਟ ਮਾਫੀਆ ਦੀ ਗੱਲ। ਹੁਣ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਕੇ ਹਟੀ ਹੈ। ਅਸੀਂ ਜਾਣਨਾ ਚਾਹਾਂਗੇ ਉਸ ਮੀਟਿੰਗ 'ਚ ਕੀ ਫੈਸਲੇ ਲਏ ਗਏ ਨੇ ਵੱਡੇ? ਦੇਖੋ, ਬਿਨਾਂ ਸ਼ੱਕ ਜਿਹੜੀ ਕੱਲ੍ਹ ਕੈਬਨਿਟ ਮੀਟਿੰਗ ਹੋਈ ਸੀ ਉਹਦੇ 'ਚ ਪਾਣੀ ਦੇ ਬਿੱਲ ਜਿਹੜੇ ਆ ਉਹ ਲੋਕਾਂ ਦੇ ਮਾਫ ਕਰ ਦਿੱਤੇ, ਪਾਣੀ ਦਾ ਜਿਹੜਾ ਹੈ ਬਿੱਲ ਚਾਰਜਸ ਜਿਹੜੇ ਆ ਉਹ ਘਟਾ ਦਿੱਤੇ ਗਏ ਨੇ। ਜੀ ਦੇਖੋ, ਲੋਕਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ, ਮਹਿੰਗਾਈ ਬਹੁਤ ਹੈ, ਪਰ ਸਪਸ਼ਟ ਤੌਰ ਤੇ ਇਹ ਦਿਖ ਰਿਹਾ ਵੀ ਸਰਕਾਰ ਦਾ ਆਮਦਨ ਵਧਾਉਣ ਵੱਲ ਕੋਈ ਜਿਹੜੀ ਹੈ ਨੇਕ ਨੀਤੀ ਜਿਹੜੀ ਹੈ ਸਪਸ਼ਟ ਤੌਰ ਤੇ ਦਿਖਾਈ ਨਹੀਂ ਦੇ ਰਹੀ। ਫ੍ਰੀ ਵੀਜ਼ ਜਿਹੜੇ ਹੈ, ਮੁਫਤ ਦੀ ਜਿਹੜੀ ਅਸੀਂ ਮੁਫਤਖੋਰੀ ਵੱਲ ਨੂੰ ਤਾਂ ਜ਼ਰੂਰ ਵੱਧ ਰਹੇ ਹਾਂ, ਪਰ ਇਹ ਪੈਸਾ ਆਊ ਕਿੱਥੋਂ, ਇਹਦੇ ਬਾਰੇ ਕੋਈ ਕਲੈਰਿਟੀ ਜਿਹੜੀ ਹੈ ਉਹ ਸਪਸ਼ਟ ਜਿਹੜੀ ਹੈ ਉਹ ਸਾਨੂੰ ਨੀਤੀ ਜਿਹੜੀ ਹੈ ਸਰਕਾਰ ਦੀ ਉਹ ਦਿਖਾਈ ਨਹੀਂ ਦਿੰਦੀ। ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਤਾਂ ਆਲਰੇਡੀ ਚੜ੍ਹਿਆ ਹੋਇਆ ਇਸ ਵੇਲੇ। ਜਿੰਨਾ ਜਿਹੜੀ ਆਮਦਨ ਹੈ ਉਹ ਜਾਂ ਤਾਂ ਜਾਂਦੀ ਹੈ ਕਰਜ਼ੇ ਦੀ ਅਦਾਇਗੀ ਦੇ ਵਿੱਚ, ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦੇ ਵਿੱਚ, ਕਰਜ਼ੇ ਦਾ ਵਿਆਜ ਮੋੜਨ ਦੇ ਵਿੱਚ, ਜਾਂ ਜਿਹੜੀਆਂ ਸਬਸਿਡੀਆਂ ਦੀ ਅਦਾਇਗੀ ਦੇ ਵਿੱਚ, ਤੇ ਤਨਖਾਹਤੀ ਜਾ ਰਹਿ ਜਾਂਦਾ ਹਿੱਸਾ ਤਨਖਾਹਾਂ ਤੇ ਪੈਨਸ਼ਨਾਂ ਦਾ। ਪੰਜਾਬ ਦੇ ਵਿਕਾਸ ਲਈ ਇਹਨਾਂ ਕੋਲ ਫੁੱਟੀ ਕੌਡੀ ਨਹੀਂ ਹੁੰਦੀ। ਹਾਲਾਂਕਿ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਫਾਈਨਾਂਸ ਮਿਨਿਸਟਰ ਦੀ ਹਾਜ਼ਰੀ ਦੇ ਵਿੱਚ ਤਾਂ ਇਹ ਕਿਹਾ ਵੀ ਪੰਜਾਬ ਦਾ ਖਜ਼ਾਨਾ ਨਾ ਕਦੇ ਖਾਲੀ ਹੋਇਆ ਤੇ ਨਾ ਕਦੇ ਖਾਲੀ ਹੋਵੇ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਨੂੰ ਮਾਫ ਕਰਨ ਦਾ ਵਾਅਦਾ ਕੀਤਾ ਸੀ, ਜੇ ਇੰਨਾ ਹੀ ਖਜ਼ਾਨਾ ਭਰਿਆ ਹੋਇਆ ਹੈ ਤਾਂ ਚੀਫ ਮਿਨਿਸਟਰ ਉਹ 90,000 ਕਰੋੜ 1 ਲੱਖ ਕਰੋੜ ਜਿਹੜਾ ਉਹ ਕਰਜ਼ਾ ਤੁਰੰਤ ਮਾਫ ਕਰ ਦੇਣ, ਕਿਸਾਨੀ ਨੂੰ ਤਾਂ ਸੁਰਖਰੂ ਕਰ ਦੇਣ। ਜੀ ਫਿਰ ਜਿਹੜਾ ਆਪ ਦੇ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ, ਉਹਦੀਆਂ ਕਿਸ਼ਤਾਂ ਕਾਹਨੂੰ ਭਰੀ ਜਾਂਦੇ ਆ, ਉਹਦਾ ਵਿਆਜ ਭਰਨਾ ਉਹ ਵੀ ਮੋੜ ਦੇਣ। ਪੇ ਕਮਿਸ਼ਨ ਦੀ ਰਿਪੋਰਟ ਹਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਗਈ, ਮੁਲਾਜ਼ਮ ਲੜੀ ਜਾਂਦੇ ਨੇ, ਉਹ ਕਰ ਦੇਣ। ਡੀਏ ਦੀਆਂ ਕਿਸ਼ਤਾਂ ਕਿੰਨੇ ਸਾਲ ਦੀਆਂ ਜਿਹੜੀਆਂ ਰੋਕੀਆਂ ਹੋਈਆਂ ਸੀ ਉਹ ਅੱਧ ਪਚਾ ਦੇਤੀਆਂ, ਕੁਝ ਦਿੱਤੀਆਂ ਨਹੀਂ, ਉਹ ਦੇ ਦੇਣ। ਮਤਲਬ ਮੁੱਦੇ ਬਹੁਤ ਨੇਗੇ। ਜੇ ਇੰਨਾ ਹੀ ਸਾਰਾ ਕੁਝ ਖਜ਼ਾਨਾ ਸਾਰਾ ਭਰਿਆ ਹੋਇਆ ਹੈ, ਜੇ ਮਤਲਬ ਇਹ ਕੀ ਹੈ ਵੀ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ। ਜੀ ਇਹ ਜਿਹੜਾ ਨਾ ਸਿਆਸਤਦਾਨਾਂ ਦੀ ਬੋਲਚਾਲ ਤੇ ਅਸਲੀਅਤ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਜਦੋਂ ਫ੍ਰੀ ਵੀਜ਼ ਦੇਣ ਦੀ ਗੱਲ ਹੁੰਦੀ ਹੈ, ਜਦੋਂ ਕੋਈ ਜਵਾਬਦੇਹੀ ਦੀ ਗੱਲ ਹੁੰਦੀ ਹੈ, ਜਦੋਂ ਕੋਈ ਪੁੱਛਦਾ, ਕੋਈ ਜਰਨਲਿਸਟ ਪੁੱਛਦਾ ਜਾਂ ਕੋਈ ਹੋਰ ਪੁੱਛਦਾ, ਉਹ ਕਹਿੰਦੇ ਨਾ ਜੀ ਕੋਈ ਤੋਟ ਨਹੀਂ। ਜਦੋਂ ਕੋਈ ਮੰਗਦਾ ਕਹਿੰਦੇ ਸਾਨੂੰ ਦੇ ਦਿਓ, ਕਹਿੰਦੇ ਜੀ ਪੈਸੇ ਹੈ ਨਹੀਂ। ਜੀ ਫਾਈਨਾਂਸ ਮਿਨਿਸਟਰ ਦੇ ਓਪਨਲੀ ਕਈ ਵਾਰੀ ਬਿਆਨ ਆਏ ਨੇ ਵੀ ਪੈਸਾ ਹੈ ਨਹੀਂ। ਇਸ ਲਈ ਜਿਹੜਾ ਸਰਕਾਰ ਨੂੰ ਇਹ ਸਪਸ਼ਟ ਨੀਤੀ ਬਣਾਉਣੀ ਚਾਹੀਦੀ ਹੈ, ਜੇ ਕੋਈ ਫ੍ਰੀ ਵੀਜ਼ ਦੇਣੀ ਹੈ, ਜੇ ਕੁਝ ਦੇਣਾ ਹੈ ਤਾਂ ਇਹ ਨਾ ਹੋਵੇ ਵੀ ਲੋਕਾਂ ਦੇ ਸਿਰ ਲੋਕਾਂ ਦੀਆਂ ਜੁੱਤੀਆਂ ਹੋਣ। ਤਾਂ ਜੇ ਕੋਈ ਰੈਵਨਿਊ ਵਧਾਉਣਾ ਹੈ, ਮਾਈਨਿੰਗ ਤੋਂ ਸਾਡਾ ਰੈਵਨਿਊ ਨਹੀਂ ਵੱਧ ਰਿਹਾ, ਸ਼ਰਾਬ ਤੋਂ ਸਾਡਾ ਰੈਵਨਿਊ ਨਹੀਂ ਵੱਧ ਰਿਹਾ, ਤੇ ਹੋਰ ਜਿੰਨੇ ਵੀ ਸੈਕਟਰ ਸਾਡੇ ਹੈਗੇ ਨੇ ਉਹਨਾਂ ਤੋਂ ਰੈਵਨਿਊ ਸਾਡਾ ਵੱਧ ਨਹੀਂ ਰਿਹਾ, ਤੇ ਅਸੀਂ ਫ੍ਰੀ ਵੀਜ਼ ਕਿਵੇਂ ਦੇਵਾਂਗੇ? ਇਸ ਲਈ ਸਰਕਾਰ ਨੂੰ ਆਮਦਨ ਵਧਾਉਣ ਵਾਲੇ ਪਾਸੇ ਹੀ ਵਧਣਾ ਚਾਹੀਦਾ। ਟੈਕਸ ਚੋਰੀ ਹੈ ਸਾਡੀ, ਜੀ ਟੈਕਸ ਚੋਰੀ ਤਾਂ ਰੁਕਦੀ ਨਹੀਂ ਗੀ। ਜਿੰਨੇ ਵੱਡੇ ਅਦਾਰੇ, ਵੱਡੇ ਜਿਹੜੇ ਅਸੀਂ ਕਹਿ ਲਈਏ ਕਾਰੋਬਾਰੀ ਅਦਾਰੇ ਨੇ ਜਾਂ ਇੰਡਸਟਰੀਲਿਸਟ ਨੇ ਵੱਡੇ, ਉਹ ਸਰਕਾਰ ਦੇ ਐਡਵਾਈਜ਼ਰ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਟੈਕਸ ਚੋਰੀ ਕਰਨੀ ਹੁੰਦੀ ਹੈ। ਜੀ ਸਰਕਾਰ ਨੂੰ ਉਹ ਸਹੂਲਤਾਂ ਦਿੰਦੇ ਨੇ, ਮੰਤਰੀਆਂ ਮੁੱਖ ਮੰਤਰੀਆਂ ਨੂੰ ਸਹੂਲਤਾਂ ਦਿੰਦੇ ਨੇ, ਇਸ ਲਈ ਉਹ ਆਰਾਮ ਨਾਲ ਟੈਕਸ ਚੋਰੀ ਕਰਦੇ ਨੇ, ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਦੱਸਿਆ ਵੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਲੋਕਾਂ ਨੂੰ ਜਿਹੜਾ ਹੈਗਾ ਰਾਹਤ ਦੇਣ ਲਈ ਕਈ ਵੱਡੇ ਫੈਸਲੇ ਜ਼ਰੂਰ ਲਏ ਗਏ ਨੇ, ਪਰ ਉਹਨਾਂ ਵੱਲੋਂ ਹਲੇ ਤੱਕ ਕੋਈ ਵੀ ਆਮਦਨ ਦਾ ਸਰੋਤ ਜਿਹੜਾ ਹੈ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਸਮੇਂ ਪੰਜਾਬ 'ਤੇ ਜੇਕਰ ਦੇਖੀਏ ਤਾਂ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਜਿਹੜਾ ਪੰਜਾਬ ਸਿਰ ਖੜ੍ਹਾ ਹੈ,
ਤੇ ਨਾ ਹੀ ਉਹ ਕਰਜ਼ੇ ਨੂੰ ਘਟਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਮੁੱਖ ਮੰਤਰੀ ਨੂੰ ਇਹ ਵੀ ਲੋੜ ਹੈ ਵੀ ਕਿ ਉਹ ਆਮਦਨ ਦੇ ਸਰੋਤ ਵਧਾਉਣ ਤੇ ਪੰਜਾਬ ਤੇ ਜਿਹੜਾ ਇਹ ਕਰਜ਼ਾ ਚੜਿਆ ਹੋਇਆ ਇਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਨ। ਹੁਣ ਕਿਵੇਂ ਕਰਦੇ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।